किताब विपरण की रीत तो सच दा मार्ग। पहला कांड नंबर 1 धरती माता दी पुकार। लेखक गुरबख्श सिंह काला अफगाना। आवाज गुरजंट सिंह रूपवाली। वाहिगुरु जी का खालसा वाहिगुरु जी की फतेह। एक ओंकार सतगुर प्रसाद। पहला कांड नंबर 1 धरती माता दी पुकार। ਗਿਆਨੀ ਈਸ਼ਰ ਸਿੰਘ ਜੀ ਨਾਰਾ ਜੀ ਨੇ ਆਪਣੀ ਪੁਸਤਕ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਦੇ ਚੌਥੇ ਸਫ਼ੇ ਤੇ ਗੀਤਾ ਦੇ ਸ਼ਲੋਕ ਦੇ ਅਰਥ ਇਸ ਪ੍ਰਕਾਰ ਲਿਖੇ ਹਨ। हे ਅਰਜਨ, ਜਦੋਂ ਜਦੋਂ ਧਰਮ ਦਾ ਗਿਰਾਓ ਹੁੰਦਾ ਹੈ ਤੇ ਅਧਰਮ ਸਿਰ ਉਠਾਉਂਦਾ ਹੈ ਤਾਂ ਜੁਗਾਂ ਜੁਗਾਂ ਦੇ ਅੰਦਰ ਤਦੋਂ ਤਦੋਂ ਹੀ ਸੰਤਾਂ ਦੀ ਰੱਖਿਆ, ਦੁਸ਼ਟਾਂ ਦਾ ਦਮਨ ਅਤੇ ਧਰਮ ਦੀ ਸਥਾਪਨਾ ਲਈ ਮੈਂ ਆਪਣੇ ਆਪ ਨੂੰ ਕਿਸੇ ਵੀ ਰੂਪ ਵਿੱਚ ਪ੍ਰਗਟ ਕਰਦਾ ਹਾਂ। ਲਿਖਿਆ ਹੈ ਕਿ ਇਸ ਪ੍ਰਸਿੱਧ ਸ਼ਲੋਕ ਦੇ ਉਚਾਰਨਹਾਰੇ ਕ੍ਰਿਸ਼ਨ ਜੀ ਸਨ। ਪੁਰਾਣਾਂ ਵਿੱਚ ਹਿੰਦੂ ਅਵਤਾਰਾਂ ਦੀ ਗਿਣਤੀ ਅੱਡ-ਅੱਡ ਦੱਸੀ ਹੈ। ਸ੍ਰੀਮਦ ਭਾਗਵਤ ਪੁਰਾਣ ਵਿੱਚ ਵਿਸ਼ਨੂੰ ਦੇ 24 ਅਵਤਾਰ ਲਿਖੇ ਹਨ, ਪਰ ਮਹਾਭਾਰਤ ਗ੍ਰੰਥ ਵਿੱਚ ਇਹਨਾਂ ਦੀ ਗਿਣਤੀ 10 ਲਿਖੀ ਹੈ ਅਤੇ ਸ਼ਿਵ ਪੁਰਾਣ ਇਹਨਾਂ ਦੋਹਾਂ ਗ੍ਰੰਥਾਂ ਨਾਲ ਸਹਿਮਤ ਨਹੀਂ ਹੈ। ਉਸ ਵਿਚਲੇ ਵੱਖ-ਵੱਖ ਅਵਤਾਰਾਂ ਦੀ ਗਿਣਤੀ 60 ਤੋਂ ਟੱਪ ਤੁਰਦੀ ਹੈ। ਤ੍ਰੇਤਾ ਯੁੱਗ ਦੇ ਸ੍ਰੀ ਰਾਮ ਚੰਦਰ ਜੀ ਅਤੇ ਦੁਆਪਰ ਯੁੱਗ ਦੇ ਸ੍ਰੀ ਕ੍ਰਿਸ਼ਨ ਜੀ ਇਹਨਾਂ ਦੋਹਾਂ ਅਵਤਾਰਾਂ ਤੋਂ ਛੁੱਟ ਬਾਕੀ ਅਵਤਾਰਾਂ ਬਾਰੇ ਬਹੁਤੀ ਜਾਣਕਾਰੀ ਸਿਆਣੇ ਹਿੰਦੂਆਂ ਅਥਵਾ ਬ੍ਰਾਹਮਣਾਂ ਤੱਕ ਹੀ ਸੀਮਤ ਹੈ। ਉੱਪਰ ਲਿਖਿਆ ਗੀਤਾ ਜੀ ਦਾ ਸ਼ਲੋਕ ਵੀ ਵਿਸ਼ੇਸ਼ ਕਰਕੇ ਇਹਨਾਂ ਦੋਹਾਂ ਅਵਤਾਰਾਂ ਸ੍ਰੀ ਰਾਮ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਨਾਲ ਹੀ ਢੁਕਦਾ ਅਨੁਭਵ ਹੁੰਦਾ ਹੈ। ਕਾਰਨ ਸ਼ਾਇਦ ਇਹ ਹੈ ਕਿ ਇਹਨਾਂ ਦੋਹਾਂ ਹੀ ਅਵਤਾਰਾਂ ਦੀ ਜੀਵਨ ਲੀਲਾ ਨੂੰ ਪ੍ਰਚਾਰਨ ਖਾਤਰ ਪ੍ਰਸਿੱਧ ਰਿਸ਼ੀਆਂ ਅਤੇ ਦੇਵਤਿਆਂ ਦੇ ਨਾਵਾਂ ਨਾਲ ਜੋੜੇ ਧਰਮ ਗ੍ਰੰਥਾਂ ਦੇ ਆਧਾਰ ਤੇ ਉੱਚ ਕੋਟੀ ਦੇ ਕਈ ਵਿਦਵਾਨਾਂ ਨੇ ਵੱਖ-ਵੱਖ ਪ੍ਰਦੇਸ਼ਾਂ ਦੀਆਂ ਬੋਲੀਆਂ ਵਿੱਚ ਬੇਅੰਤ ਕਿਤਾਬਾਂ ਲਿਖੀਆਂ ਅਤੇ ਲੋਕਾਂ ਤਾਈਂ ਪਹੁੰਚਾਈਆਂ। ਦੋਹਾਂ ਹੀ ਅਵਤਾਰਾਂ ਦੀ ਹੋਰ ਵੀ ਪ੍ਰਸਿੱਧੀ ਕਰਨ ਖਾਤਰ ਇਹਨਾਂ ਦੀ ਜੀਵਨੀ ਦੀਆਂ ਅਦਭੁਤ ਗਾਥਾਵਾਂ ਨੂੰ ਡਰਾਮਿਆਂ ਅਤੇ ਰਾਸ ਲੀਲਾ ਦੁਆਰਾ ਖੇਡ-ਖੇਡ ਕੇ ਪਿੰਡਾਂ, ਨਗਰਾਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਪ੍ਰਚਾਰਿਆ ਜਾਂਦਾ ਆ ਰਿਹਾ ਹੈ। ਪ੍ਰਚਾਰ ਦੀ ਰਹਿੰਦੀ ਖੂੰਹਦੀ ਕਸਰ ਨਿੱਤ ਨਵੇਂ ਢੰਗ ਨਾਲ ਤਿਆਰ ਕੀਤੀਆਂ ਧਾਰਮਿਕ ਫਿਲਮਾਂ ਨੇ ਪੂਰੀ ਕਰ ਦਿੱਤੀ ਸੀ। ਪਿੱਛੇ ਜਿਹੇ ਹਿੰਦ ਸਰਕਾਰ ਦੀ ਸਹਾਇਤਾ ਨਾਲ ਬੜੇ ਸੂਝਵਾਨ ਅਤੇ ਤਜਰਬੇਕਾਰ ਵਿਦਵਾਨਾਂ ਨੇ ਰਾਮਾਇਣ ਅਤੇ ਮਹਾਭਾਰਤ ਗਾਥਾਵਾਂ ਨੂੰ ਬੜੇ ਯੋਜਨਾਬੱਧ ਢੰਗ ਨਾਲ ਲਗਭਗ ਸਮੁੱਚੇ ਭਾਰਤ ਵਿੱਚ ਟੀਵੀ ਤੇ ਦਿਖਾਇਆ ਸੀ, ਜਿਸ ਦੀਆਂ ਵੀਡੀਓ ਰੀਲਾਂ ਵਿਦੇਸ਼ਾਂ ਵਿੱਚ ਵੀ ਘਰ-ਘਰ ਵੇਖੀਆਂ ਗਈਆਂ ਅਤੇ ਵਿਖਾਈਆਂ ਜਾ ਰਹੀਆਂ ਹਨ। ਗੀਤਾ ਜੀ ਦੇ ਸ਼ਲੋਕ ਨਾਲ ਸੰਬੰਧਿਤ ਵਿਸ਼ਨੂੰ ਜੀ ਦੇ ਹੋਰ ਕਿਸੇ ਵੀ ਅਵਤਾਰ ਦਾ ਇੰਨਾ ਖੁੱਲ੍ਹਾ ਪ੍ਰਚਾਰ ਨਹੀਂ ਸੀ ਹੋਇਆ। ਦਸਮ ਗ੍ਰੰਥ ਵਿੱਚ ਵੀ 24 ਅਵਤਾਰਾਂ ਵਿੱਚੋਂ ਸ੍ਰੀ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਦੀ ਜੀਵਨ ਗਾਥਾ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ। ਰਾਮਾਇਣ ਅਤੇ ਮਹਾਭਾਰਤ ਦੀਆਂ ਵੀਡੀਓ ਤਸਵੀਰਾਂ ਤਿਆਰ ਕਰਨ ਵਾਲੇ ਵਿਦਵਾਨਾਂ ਨੇ ਆਪ ਮੂਰਤੀਮਾਨ ਹੋ ਕੇ ਬੜੀ ਦ੍ਰਿੜਤਾ ਨਾਲ ਕਿਹਾ ਹੋਇਆ ਹੈ ਕਿ ਇਹ ਫਿਲਮਾਂ ਵੱਖ-ਵੱਖ ਜ਼ਬਾਨਾਂ ਵਿੱਚ ਲਿਖੇ ਪੁਰਾਤਨ ਅਤੇ ਨਵੀਨ ਪ੍ਰਮਾਣਿਕ ਗ੍ਰੰਥਾਂ ਦੀ ਡੂੰਘੀ ਘੋਖ ਤੋਂ ਪ੍ਰਾਪਤ ਹੋਏ ਗਿਆਨ ਦੇ ਆਧਾਰ ਤੇ ਬਣਾਈਆਂ ਸਨ ਅਤੇ ਉਹਨਾਂ ਦਾ ਯਕੀਨ ਹੈ ਕਿ ਇਹਨਾਂ ਤਸਵੀਰਾਂ ਦੁਆਰਾ ਦਰਸਾਈ ਗਾਥਾ ਖੁਨਾਮੀ ਰਹਿਤ ਹੈ। ਇਹਨਾਂ ਅਵਤਾਰਾਂ ਦੀਆਂ ਗਾਥਾਵਾਂ ਨੂੰ ਪ੍ਰਚਾਰਨ ਵਾਲੀ ਸਾਰੀ ਸਮੱਗਰੀ ਨੂੰ ਗੌਰ ਨਾਲ ਵੇਖਣ ਅਤੇ ਪੜ੍ਹਨ ਤੋਂ ਇਹੋ ਸਿੱਧ ਹੁੰਦਾ ਹੈ ਕਿ ਪ੍ਰਿਥਵੀ ਦੀ ਪੁਕਾਰ ਸੁਣ ਕੇ ਉਸ ਦਾ ਭਾਰ ਹੌਲਾ ਕਰਨ ਆਏ ਇਹ ਦੋਵੇਂ ਈਸ਼ਵਰੀ ਅਵਤਾਰ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਸਿਰਫ ਯੂਪੀ ਅਥਵਾ ਮਹਾਰਾਸ਼ਟਰ ਦੇ ਸੀਮਿਤ ਜਿਹੇ ਕੁਝ ਇਲਾਕਿਆਂ ਵਿੱਚ ਹੀ ਵਿਚਰਦੇ ਰਹੇ। ਸ੍ਰੀ ਰਾਮ ਚੰਦਰ ਜੀ ਨੂੰ ਭਾਰਤ ਤੋਂ ਬਾਹਰ ਲੰਕਾ ਤੱਕ ਪੁੱਜਦੇ ਵਿਖਾਇਆ ਜ਼ਰੂਰ ਗਿਆ ਹੈ, ਪਰ ਉਹਨਾਂ ਦਾ ਇਹ ਮਿਸ਼ਨ ਵੀ ਪਰ ਸੁਵਾਰਥ ਵਾਲਾ ਨਹੀਂ, ਸਗੋਂ ਸੁਵਾਰਥ ਸਿੱਧੀ ਵਾਲਾ ਸੀ। ਫਿਲਮਾਈ ਹੋਈ ਰਾਮਾਇਣ ਗਾਥਾ ਵਿੱਚ ਇਸ ਪੱਖ ਨੂੰ ਚੰਗੀ ਤਰ੍ਹਾਂ ਨਖੇੜ ਕੇ ਸਮਝਾਇਆ ਗਿਆ ਹੈ ਕਿ ਸ੍ਰੀ ਰਾਮ ਚੰਦਰ ਜੀ ਆਪਣੀ ਧਰਮ ਪਤਨੀ ਸ੍ਰੀਮਤੀ ਸੀਤਾ ਜੀ ਨੂੰ ਰਾਵਣ ਕੋਲੋਂ ਛਡਵਾਉਣ ਹੀ ਲੰਕਾ ਗਏ ਸਨ
ਅੰਗਦ ਦੇ ਸਮਝਾਉਣ ਤੇ ਰਾਵਣ ਜੇ ਸੀਤਾ ਨੂੰ ਵਾਪਸ ਮੋੜ ਦਿੰਦਾ ਤਾਂ ਰਾਮ ਜੀ ਨੇ ਜੰਗਬੰਦੀ ਦਾ ਬਿਗਲ ਵਜਾ ਕੇ ਵਾਪਸ ਪਰਤ ਆਉਣਾ ਸੀ। ਉਪਰੋਕਤ ਨੂੰ ਵਿਚਾਰਿਆਂ ਉੱਪਰ ਲਿਖੇ ਗੀਤਾ ਜੀ ਦੇ ਸ਼ਲੋਕ ਪ੍ਰਤੀ ਹੇਠ ਲਿਖੇ ਪ੍ਰਸ਼ਨ ਪੈਦਾ ਹੋ ਜਾਣੇ ਅਚੰਭੇ ਵਾਲੀ ਗੱਲ ਨਹੀਂ ਹੈ। ਨੰਬਰ 1 ਕਿ ਗੀਤਾ ਜੀ ਦੇ ਅਰਥਾਂ ਵਾਲਾ ਜਗਤ ਅਥਵਾ ਸੰਸਾਰ ਓਨਾ ਕੋਈ ਹੀ ਹੈ ਜਿੱਥੇ ਇਹ ਦੋਵੇਂ ਜਾਂ ਬਾਕੀ ਦੇ ਅਵਤਾਰ ਪ੍ਰਗਟ ਹੋਏ ਅਤੇ ਵਿਚਰਦੇ ਰਹੇ। ਨੰਬਰ 2 ਸਤਯੁਗ ਤੋਂ ਲੈ ਕੇ ਸ੍ਰੀ ਕ੍ਰਿਸ਼ਨ ਜੀ ਦੇ ਯੁੱਗ ਤੱਕ ਕੀ ਭਾਰਤ ਦੇ ਬਾਕੀ ਕਿਸੇ ਹਿੱਸੇ ਵਿੱਚ ਵੀ ਨਾ ਕਿਸੇ ਪਾਪ ਆਤਮਾ ਨੇ ਜਨਮ ਲਿਆ ਅਤੇ ਨਾ ਅਜਿਹੇ ਪਾਪ ਹੀ ਹੋਏ ਜਿਨ੍ਹਾਂ ਦੇ ਭਾਰ ਨੇ ਪ੍ਰਿਥਵੀ ਨੂੰ ਦੁਖੀ ਕੀਤਾ, ਕਿ ਜਾਂ ਉਹਨਾਂ ਸਮਿਆਂ ਵਿੱਚ ਕੁਰੂਖੇਤਰ ਤੋਂ ਅਫਗਾਨਿਸਤਾਨ ਤੱਕ ਵਾਲੇ ਭਾਰਤ ਵਿੱਚ ਕੋਈ ਵਸੋਂ ਹੈ ਹੀ ਨਹੀਂ ਸੀ। ਨੰਬਰ 3 ਰਿਸ਼ੀ ਵਿਸ਼ਵਾਮਿੱਤਰ, ਵਸ਼ਿਸ਼ਟ, ਵੇਦ ਵਿਆਸ, 7 ਸਮੁੰਦਰਾਂ ਨੂੰ ਚੁੜੀ ਨਾਲ ਪੀ ਜਾਣ ਵਾਲਾ ਅਗਸਤ ਮੁਨੀ ਅਤੇ ਹੋਰ ਬੇਅੰਤ ਜਪੀ ਤਪੀ ਅਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਰਿਸ਼ੀ ਜਨ ਵੀ ਸਿਰਫ ਓਨੇ ਕੁ ਹੀ ਥਾਂ ਵਿੱਚ ਜੰਮਦੇ ਅਤੇ ਵਿਚਰਦੇ ਰਹੇ। ਭਗਤਾਂ ਨੂੰ ਦੁਖੀ ਕਰਨ ਵਾਲੇ ਅਥਵਾ ਰਿਸ਼ੀਆਂ ਅਤੇ ਤਪਸਵੀਆਂ ਨੂੰ ਖਾ ਜਾਣ ਵਾਲੇ ਆਦਮਖੋਰ ਦੈਂਤਾਂ ਨੂੰ ਵੀ ਉਸੇ ਥਾਂ ਵਿੱਚ ਹੀ ਉਪੱਦਰ ਕਰਨ ਦੀ ਕਿਉਂ ਸੁੱਝਦੀ ਰਹੀ। ਏਡੀ ਵਿਸ਼ਾਲ ਧਰਤੀ ਮਾਂ ਨੂੰ ਕੀ ਸਿਰਫ ਓਨੇ ਕੁ ਹੀ ਥਾਂ ਉੱਤੇ ਉਪਜੇ ਕਥਿਤ ਪਾਪੀਆਂ ਦਾ ਭਾਰ ਅਸਹਿ ਹੋ ਜਾਂਦਾ ਸੀ। ਇਹ ਦੇਵਤੇ ਵੀ ਕਿਹੋ ਜਿਹੇ ਸਨ ਜੋ ਬੜੀ ਸੀਮਤ ਜਹੀ ਥਾਂ ਤੇ ਵਾਪਰੀ ਕਥਿਤ ਗੜਬੜ ਕਾਰਨ ਝੱਟ ਵਿਸ਼ਨੂੰ ਕੋਲ ਜਾ ਫਰਿਆਦੀ ਹੁੰਦੇ ਸੀ। ਨੰਬਰ 4 ਹਿੰਦੂਆਂ ਦੇ ਲਗਭਗ ਸਾਰੇ ਧਰਮ ਗ੍ਰੰਥ ਦੱਸਦੇ ਹਨ ਕਿ ਵਿਸ਼ਨੂੰ ਦੇ ਹੀ ਅਵਤਾਰ ਭਗਵਾਨ ਪਰਸ਼ੁਰਾਮ ਨੇ ਆਪਣੇ ਪਿਤਾ ਦੇ ਕਾਤਲ ਸਹੰਸਰ ਬਾਹੂ ਨੂੰ ਪਿਤਾ ਦਾ ਕਿਰਿਆ ਕਰਮ ਕਰਨ ਤੋਂ ਪਹਿਲਾਂ ਹੀ ਮਾਰ ਦਿੱਤਾ ਸੀ। ਇਹ ਵੀ ਸਿੱਧ ਹੁੰਦਾ ਹੈ ਕਿ ਉਸ ਦੇ ਪਿਤਾ ਦੇ ਕਤਲ ਵਿੱਚ ਹੋਰ ਕਿਸੇ ਵੀ ਖੱਤਰੀ ਦਾ ਕੋਈ ਹੱਥ ਨਹੀਂ ਸੀ, ਪਰ ਇਸ ਕਥਿਤ ਭਗਵਾਨ ਪਰਸ਼ੁਰਾਮ ਨੇ ਬੜੇ ਕਠੋਰ ਚਿੱਤ ਹਥਿਆਰੇ ਵਾਂਗ ਖੱਤਰੀਆਂ ਨੂੰ ਦੁੱਧ ਚੁੰਗਦੇ ਬੱਚੇ ਬੱਚੀਆਂ ਤੋਂ ਲੈ ਕੇ ਬਿਰਧਾਂ ਸਮੇਤ ਉਹਨਾਂ ਦੀ ਸਾਰੀ ਨਸਲ ਹੀ ਕਤਲ ਕਰ ਦਿੱਤੀ ਸੀ। ਰਾਮਾਇਣ ਗਾਥਾ ਵਾਲੀ ਫਿਲਮ ਵਿੱਚ ਸ੍ਰੀ ਰਾਮ ਚੰਦਰ ਦੀ ਸ਼ਾਦੀ ਦੇ ਸਮਾਗਮ ਵਿੱਚ ਇਹ ਕਥਿਤ ਭਗਵਾਨ ਪਰਸ਼ੁਰਾਮ ਬੜੇ ਕ੍ਰੋਧ ਵਿੱਚ ਕਹਿੰਦਾ ਦਰਸਾਇਆ ਹੋਇਆ ਹੈ ਕਿ ਉਸ ਨੇ ਇਹਨਾਂ ਖੱਤਰੀਆਂ ਦੀਆਂ ਕੁੱਲਾਂ 1-2 ਵਾਰੀ ਨਹੀਂ ਸਗੋਂ 21 ਵਾਰੀ ਮੁਕਾ ਕੇ ਧਰਤੀ ਖੱਤਰੀਆਂ ਤੋਂ ਸਾਫ਼ ਕਰ ਦਿੱਤੀ ਸੀ। ਧਰਮ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਭਗਵਾਨ ਨੇ ਉਹਨਾਂ ਮਾਸੂਮਾਂ ਦੇ ਲਹੂ ਦੀ ਨਦੀ ਵਿੱਚ ਖੜੇ ਹੋ ਕੇ ਆਪਣੇ ਪਿਤਰਾਂ ਨੂੰ ਉਸੇ ਲਹੂ ਨਾਲ ਤਰਪਣ ਤ੍ਰਿਪਤ ਕੀਤਾ ਸੀ। ਭਾਵ ਹਿੰਦੂ ਧਰਮ ਅਨੁਸਾਰ ਦੇਵਤੇ ਅਤੇ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਹੱਥ ਅਥਵਾ ਅਰਗੇ ਨਾਲ ਮੰਤਰ ਪਾਠ ਕਰਕੇ ਜਲ ਦੇਣ ਦੇ ਕਰਮ ਨੂੰ ਤਰਪਣ ਕਹਿੰਦੇ ਹਨ। ਕੀ ਕਾਰਨ ਹੈ ਕਿ ਏਡੇ ਮਹਾਪਾਪੀ ਅਤੇ ਜ਼ਾਲਮ ਹਤਿਆਰੇ ਦਾ ਭਾਰ ਧਰਤੀ ਨੂੰ ਨਾ ਲੱਗਾ। ਦੂਜੇ ਪਾਸੇ ਰਾਵਣ ਦੇ ਵਿਰੁੱਧ ਅਜਿਹਾ ਕੋਈ ਦੋਸ਼ ਨਹੀਂ ਹੈ ਕਿ ਉਸ ਨੇ ਵੀ ਮਨੁੱਖਾਂ ਦੀ ਕਿਸੇ ਕੁੱਲ ਦਾ ਕਦੇ ਨਾਸ਼ ਕੀਤਾ ਸੀ। ਭਗਵਾਨ ਪਰਸ਼ੁਰਾਮ ਦੇ ਜ਼ੁਲਮਾਂ ਦੇ ਟਾਕਰੇ ਤੇ ਰਾਵਣ ਬੇਗੁਨਾਹ ਹੋ ਦਿਸਦਾ ਹੈ। ਬ੍ਰਾਹਮਣ ਨੇ ਅਜਿਹੀ ਕੋਈ ਸਾਖੀ ਨਹੀਂ ਲਿਖੀ ਜਿਸ ਤੋਂ ਧਰਤੀ ਦੇ ਵਾਸੀ ਮਨੁੱਖਾਂ ਨੂੰ ਰਾਵਣ ਨੇ ਸਮੂਹਕ ਤੌਰ ਤੇ ਦੁਖੀ ਕੀਤਾ ਸਿੱਧ ਹੁੰਦਾ ਹੋ। ਨੰਬਰ 5 ਵਿਸ਼ਵ ਦਾ ਇਤਿਹਾਸ ਗਵਾਹ ਹੈ ਕਿ ਇਸੇ ਧਰਤੀ ਮਾਤਾ ਦੀ ਕੁੱਖ ਤੋਂ ਚੰਗੇਜ਼ ਖਾਂ, ਹਲਾਕੂ ਖਾਂ, ਹਿਟਲਰ ਜਿਹੇ ਕਈ ਜ਼ਾਲਮਾਂ ਨੇ ਜਨਮ ਲਿਆ, ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੇ ਸੈਂਕੜੇ ਨਗਰ ਲੁੱਟ ਕੇ ਸਾੜ ਫੂਕ ਦਿੱਤੇ, ਲੱਖਾਂ ਕਰੋੜਾਂ ਬੇਗੁਨਾਹ ਮਨੁੱਖ ਕਤਲ ਕੀਤੇ, ਅਣਗਿਣਤ ਨਿਤਾਣੀਆਂ ਇਸਤਰੀਆਂ ਦੀ ਪੱਤ ਲੁੱਟੀ ਅਤੇ ਫਿਰ ਆਪਣੀ ਜ਼ਾਲਮ ਫੌਜ ਕੋਲੋਂ ਬੇਦਰਦੀ ਨਾਲ ਮਰਵਾ ਦਿੱਤੀਆਂ। ਲੱਖਾਂ ਪਰਿਵਾਰ ਖਾਸ ਕਰਕੇ ਹਿਟਲਰ ਦੇ ਸਮੇਂ ਯਹੂਦੀਆਂ ਦੇ ਜਿਉਂਦੇ ਹੀ ਇਸੇ ਧਰਤੀ ਮਾਤਾ ਦੇ ਖਾਤਿਆਂ ਵਿੱਚ ਦਫਨਾ ਦਿੱਤੇ ਗਏ ਅਤੇ ਫਿਰ ਸਟਾਲਿਨ ਜਿਹੇ ਜਰਵਾਣਿਆਂ ਦੇ ਰਾਜ ਵਿੱਚ ਧਰਮ ਦੀ ਗੱਲ ਕਰਨੀ ਅਥਵਾ ਭਗਵਾਨ ਦਾ ਨਾਮ ਲੈਣਾ ਮੌਤ ਨੂੰ ਸੱਦਾ ਦੇਣਾ ਹੁੰਦਾ ਸੀ। ਕਈ ਸਮੁੱਚੇ ਦੇਸ਼ ਨਾਸਤਕ ਬਣਾ ਦਿੱਤੇ ਗਏ ਸਨ। ਏਡੇ ਅਧਰਮ ਨਾਲ ਵੀ ਗੀਤਾ ਦੇ ਸ਼ਲੋਕ ਵਾਲੀ ਇਸ ਧਰਤੀ ਮਾਂ ਨੂੰ ਕਿਉਂ ਕੋਈ ਭਾਰ ਅਨੁਭਵ ਨਾ ਹੋਇਆ ਕਿ ਭਾਰਤ ਦੇ ਉਸ ਥੋੜੇ ਜਿਹੇ ਥਾਂ ਤੋਂ ਬਿਨਾਂ ਲੱਖਾਂ ਗੁਣਾ ਵੱਡੀ ਵਿਸ਼ਾਲ ਧਰਤੀ ਨਾਲ ਵਿਸ਼ਨੂੰ ਜੀ ਦਾ ਕੋਈ ਰਿਸ਼ਤਾ ਹੀ ਨਹੀਂ ਸੀ। ਨੰਬਰ 6
ਇਸ ਤੱਥ ਨੂੰ ਭਲੀ ਪ੍ਰਕਾਰ ਪ੍ਰਚਾਰਿਆ ਹੋਇਆ ਹੈ ਕਿ ਸ੍ਰੀ ਰਾਮ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਵਸ਼ਿਸ਼ਟ ਅਤੇ ਸੰਦੀਪਨ ਜੀ ਕੋਲ ਕਰਮਵਾਰ ਪੜ੍ਹਦਿਆਂ ਸਾਰਾ ਬਾਲਪਨ ਬਿਤਾਇਆ ਸੀ ਅਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਵਿਦਵਾਨ ਬਣ ਕੇ ਆਸ਼ਰਮ ਵਿੱਚੋਂ ਪਰਤੇ ਸਨ। ਜੇ ਇਹ ਦੋਵੇਂ ਭਗਵਾਨ ਭਾਰਤ ਦੇ ਉਸ ਛੋਟੇ ਜਿਹੇ ਸਾਰੇ ਸੰਸਾਰ ਦੇ ਟੁਕੜੇ ਤੇ ਥਾਂ ਵਿੱਚੋਂ ਬਾਹਰ ਨਹੀਂ ਸਨ ਜਾ ਸਕੇ ਤਾਂ ਘੱਟੋ ਘੱਟ ਜਗਤ ਦੇ ਮਨੁੱਖ ਮਾਤਰ ਨੂੰ ਸੁਖਾਵੀਂ ਜ਼ਿੰਦਗੀ ਬਿਤਾ ਸਕਣ ਜੋਗਾ ਬਣਾਉਣ ਵਾਸਤੇ ਆਪਣੇ ਕਰ ਕਮਲਾਂ ਨਾਲ ਕੋਈ ਨਰੋਆ ਗਿਆਨ ਹੀ ਲਿਖ ਕੇ ਛੱਡ ਜਾਂਦੇ। ਬ੍ਰਾਹਮਣੀ ਗ੍ਰੰਥਾਂ ਨੂੰ ਵਾਚਣ ਤੋਂ ਇਹੋ ਸੂਝ ਮਿਲਦੀ ਹੈ ਕਿ ਵਿਸ਼ਨੂੰ ਜੀ ਦੇ ਸਾਰੇ ਕਤਿਥ ਅਵਤਾਰ ਆਪਣੀ ਹੀ ਸਾਖ ਸੰਬੰਧੀਆਂ ਜਾਂ ਬ੍ਰਾਹਮਣ ਰਿਖੀਆਂ ਦੀ ਖਾਤਰ ਹੀ ਜੂਝਦੇ ਰਹੇ ਸਨ। ਕਿਸ ਦਲੀਲ ਨਾਲ ਸਾਬਤ ਹੋਵੇ ਕਿ ਇਹ 24 ਜਾਂ ਘੱਟ ਵੱਧ ਭਗਵਾਨ ਸਾਰੀ ਧਰਤੀ ਤੋਂ ਪਾਪੀਆਂ ਦਾ ਨਾਸ਼ ਕਰਕੇ ਸ਼ਾਂਤੀ ਸਥਾਪਿਤ ਕਰਨ ਅਥਵਾ ਸ਼ਾਂਤੀ ਦਾ ਰੱਬੀ ਸੁਨੇਹਾ ਦੇਣ ਲਈ ਪ੍ਰਗਟ ਹੁੰਦੇ ਰਹੇ ਸਨ। ਇਨ੍ਹਾਂ ਗੰਭੀਰ ਪ੍ਰਸ਼ਨਾਂ ਦੇ ਉੱਤਰ ਸ਼ਾਇਦ ਕਦੇ ਵੀ ਨਾ ਮਿਲ ਸਕਣ। ਭਾਰਤ ਤੋਂ ਬਾਹਰ ਦੀ ਧਰਤੀ ਦੀ ਗੱਲ ਛੱਡ ਕੇ ਦੇਸ਼ ਵਾਸੀਆਂ ਦੀ ਹਾਲਤ ਹੀ ਵਿਚਾਰ ਲਈਏ। ਹਜ਼ਰਤ ਈਸਾ ਤੋਂ 327 ਸਾਲ ਪਹਿਲਾਂ ਸਿਕੰਦਰ ਨੇ ਹਿੰਦ ਦੇ ਸਰਤਾਜ ਹਿੱਸੇ ਪੰਜਾਬ ਦੀ ਅਣਖ ਨੂੰ ਰੋਲਣਾ ਚਾਹਿਆ, ਪਰ ਦੇਸ਼ ਦਾ ਇਹ ਹਿੱਸਾ ਸ਼ਾਇਦ ਵਿਸ਼ਨੂੰ ਜੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ, ਸੋ ਉਹਨਾਂ ਦੇ ਨਾ ਆ ਸਕਣ ਦੀ ਮਜਬੂਰੀ ਸਮਝ ਵਿੱਚ ਆ ਸਕਦੀ ਹੈ। ਪਰ ਕੀ ਇਹਨਾਂ ਅਵਤਾਰਾਂ ਨੇ ਆਪਣੀ ਜਨਮ ਭੂਮੀ ਅਥਵਾ ਲੀਲਾ ਅਸਥਾਨਾਂ ਦੀ ਰੱਖਿਆ ਕੀਤੀ? ਕਿ ਆਪਣੀ ਜਨਮ ਭੂਮੀ ਦੇ ਨੇੜੇ ਤੇੜੇ ਦੇ ਉਹਨਾਂ ਥਾਵਾਂ ਦੀ ਵੀ ਕੋਈ ਪੁਕਾਰ ਸੁਣੀ ਜਿੱਥੇ ਉਹਨਾਂ ਦੇ ਪਰਮ ਭਗਤ ਅਤੇ ਪੁਜਾਰੀ ਵੱਸਦੇ ਸਨ? ਇਸ ਬਾਰੇ ਸੂਝ ਲੈਣ ਲਈ ਹਿੰਦੂ ਵੀਰ ਸ੍ਰੀ ਦੌਲਤ ਰਾਏ ਜੀ ਦੀ ਹੀ ਲਿਖੀ ਪੁਸਤਕ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀ ਲਿਖਤ ਵਿਚਾਰਦੇ ਹਾਂ। ਪੁਸਤਕ ਦੇ 36 ਨੰਬਰ ਸਫ਼ੇ ਤੇ ਦੌਲਤ ਰਾਏ ਜੀ ਇਸ ਪ੍ਰਕਾਰ ਲਿਖਦੇ ਹਨ: ਭਾਵੇਂ ਇਸ ਵੇਲੇ ਪੁਰਾਣੀਆਂ ਕਬਰਾਂ ਪੁੱਟਣੀਆਂ ਸ਼ੋਭਾ ਨਹੀਂ ਦਿੰਦੀਆਂ, ਫਿਰ ਵੀ ਜੋ ਅਤਿਆਚਾਰ ਮਜ਼ਹਬੀ ਜੋਸ਼ ਵਿੱਚ ਹਿੰਦੂਆਂ ਉੱਪਰ ਖੁਦਾਈ ਸ਼ਰ੍ਹਾ ਦਾ ਫੁਰਮਾਨ ਸਮਝ ਕੇ ਕੀਤੇ, ਉਹਨਾਂ ਨੂੰ ਪੁੰਨ ਕਰਮ ਸਮਝ ਕੇ ਉਹ ਖੁਸ਼ ਹੁੰਦੇ। ਉਹਨਾਂ ਵਿੱਚੋਂ ਸੰਖੇਪ ਭਾਵ ਥੋੜ੍ਹੀਆਂ ਜਿਹੀਆਂ ਦਾ ਵਰਣਨ ਉਦਾਹਰਨ ਦੇ ਤੌਰ ਤੇ ਕੀਤਾ ਜਾਂਦਾ ਹੈ। ਇੰਜ ਕਰਨਾ ਕਿਸੇ ਸ਼ਿਕਾਇਤੀ ਪੱਖ ਨਾਲ ਨਹੀਂ, ਸਗੋਂ ਸਚਾਈ ਉਘੇੜਨ ਲਈ ਅਤ ਲੋੜੀਂਦਾ ਭਾਸਦਾ ਹੈ। ਕੁਤਬਉਦੀਨ ਐਬਕ ਨੇ ਮੇਠ ਦੇ ਸਾਰੇ ਮੰਦਰਾਂ ਤੇ ਬੁੱਤਾਂ ਨੂੰ ਤੋੜਿਆ ਤੇ ਉਹਨਾਂ ਦੀ ਥਾਂ ਮਸਜਿਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਉਸ ਨੂੰ ਕਤਲ ਕਰ ਦਿੱਤਾ। ਕੇਵਲ ਇੱਕ ਕਲੰਜਰ ਸ਼ਹਿਰ ਵਿੱਚ ਹੀ 113 ਹਿੰਦੂ ਮੰਦਰ ਢਾਹ ਕੇ ਮਸਜਿਦਾਂ ਬਣਵਾ ਦਿੱਤੀਆਂ। ਹਜ਼ਾਰਾਂ ਹਿੰਦੂ ਕਤਲ ਕੀਤੇ ਗਏ ਤੇ ਗੁਲਾਮ ਬਣਾਏ ਗਏ। ਤਿਬਕਾਤੇ ਨਾਸਰੀ ਦੇ 9ਵੇਂ ਸਫ਼ੇ ਤੇ ਦਰਜ ਹੈ ਕਿ ਬਿਹਾਰ ਦੀ ਫਤਿਹ ਦੇ ਸਮੇਂ ਇਸੇ ਕੁਤਬਦੀਨ ਨੇ ਹੀ 1 ਲੱਖ ਦੇ ਕਰੀਬ ਤਾਂ ਕੇਵਲ ਬ੍ਰਾਹਮਣ ਹੀ ਕਤਲ ਕੀਤੇ ਤੇ ਹਿੰਦੂਆਂ ਦਾ ਪ੍ਰਸਿੱਧ ਤੇ ਪੁਰਾਣਾ ਪੁਸਤਕਾਲਾ ਸਾੜ ਦਿੱਤਾ। ਅਮੀਰ ਖੁਸਰੋ ਅਨੁਸਾਰ ਤੈਮੂਰ ਨੇ ਦਿਆਲਪੁਰ ਦੇ 5000, ਅਯੁੱਧਿਆ ਭਗਵਾਨ ਰਾਮ ਦੀ ਕਥਿਤ ਜਨਮ ਭੂਮੀ ਦੇ 14000, ਬਨਾਰਸ ਦੇ 20000 ਬੁੱਤ ਪੂਜ ਹਿੰਦੂਆਂ ਅਤੇ ਬ੍ਰਾਹਮਣਾਂ ਨੂੰ ਕਤਲ ਕੀਤਾ। ਉਹਨਾਂ ਦੇ ਬਾਲ ਬੱਚਿਆਂ ਅਤੇ ਜਨਾਨੀਆਂ ਨੂੰ ਗੁਲਾਮ ਬਣਾ ਕੇ ਆਪਣੇ ਫੌਜੀਆਂ ਵਿੱਚ ਵੰਡ ਦਿੱਤਾ। ਉਸ ਨੇ ਪਟਨੇਰ ਸ਼ਹਿਰ ਦੇ 29000 ਹਿੰਦੂਆਂ ਨੂੰ ਇੱਕ ਥਾਂ ਇਕੱਤਰ ਕਰਕੇ ਜਿਉਂਦਿਆਂ ਹੀ ਅੱਗ ਲਾ ਕੇ ਸਾੜ ਦਿੱਤਾ ਤੇ ਅੱਗ ਵਿੱਚੋਂ ਨਿਕਲ ਕੇ ਭੱਜਦੇ 10000 ਹਿੰਦੂਆਂ ਨੂੰ ਕਤਲ ਕੀਤਾ। ਪੰਨਾ 14। ਜਲਾਲਦੀਨ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇੱਥੋਂ ਤੱਕ ਲੁੱਟਿਆ ਕਿ ਉੱਥੋਂ ਦੀ ਹਿੰਦੂ ਵਸੋਂ ਕੋਲ ਨੰਗੇਜ ਢੱਕਣ ਵਾਲੇ ਕੱਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਕੱਖ ਵੀ ਨਾ ਰਿਹਾ। 20000 ਬੱਚੇ, ਮਰਦ ਤੇ ਸੁੰਦਰੀਆਂ ਉਸ ਨੇ ਲੋਕਾਂ ਵਿੱਚ ਇਨਾਮ ਵਜੋਂ ਵੰਡੀਆਂ। 14000 ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਕਿਲੇ ਦੀਆਂ ਕੰਧਾਂ ਉੱਤੇ ਰਖਵਾ ਕੇ ਹਰ ਇੱਕ ਉੱਤੇ ਦੀਵਾ ਜਗਾ ਕੇ ਰੌਸ਼ਨੀ ਕੀਤੀ ਤੇ ਪਿੱਛੋਂ ਜਮਨਾ ਨਦੀ ਵਿੱਚ ਸੁੱਟਵਾ ਦਿੱਤੇ। ਪੰਨਾ 11। ਅਲਫਿੰਸਟਨ ਦੀ ਤਾਰੀਖ ਦੇ ਉਰਦੂ ਉਲੱਥੇ ਦੇ ਪੰਨਾ 491 ਤੇ ਲਿਖਿਆ ਹੈ ਕਿ ਸਮੁੰਦਰ ਰਾਹੀਂ ਅਰਬ ਵਾਲੇ ਸਿੰਧ ਉੱਤੇ ਕਾਫੀ ਸਮੇਂ ਪਹਿਲਾਂ 8ਵੀਂ-9ਵੀਂ ਸਦੀ ਤੋਂ ਭਾਵ ਖਲੀਫਾ ਉਮਰ ਵੇਲੇ ਹੀ ਆਉਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਹਮਲਿਆਂ ਦਾ ਕਾਰਨ
ਅਰਬ ਦੇ ਲੁਟੇਰਿਆਂ ਦੇ ਦਿਲਾਂ ਵਿੱਚ ਇਸ ਦੇਸ਼ ਦੀਆਂ ਸੁੰਦਰੀਆਂ ਲਈ ਡਾਢੀ ਖਿੱਚ ਸੀ। ਇਸੇ ਤਾਰੀਖ ਦੇ 493 ਪੰਨੇ ਤੇ ਲਿਖਿਆ ਹੈ, ਦੇਵਲ ਦੇ ਅਸਥਾਨ ਤੇ ਮੁਹੰਮਦ ਬਿਨ ਕਾਸਿਮ ਨੇ ਕਿਲਾ ਜਿੱਤਦਿਆਂ ਹੀ ਬ੍ਰਾਹਮਣਾਂ ਦੀ ਸੁੰਨਤ ਕਰਨ ਦਾ ਹੁਕਮ ਦਿੱਤਾ। ਉਹਨਾਂ ਨੇ ਇਨਕਾਰ ਕੀਤਾ ਤਾਂ 17 ਸਾਲ ਤੋਂ ਉੱਪਰ ਵਾਲੇ ਸਭ ਕਤਲ ਕਰਕੇ ਬਾਕੀ ਦਿਆਂ ਨੂੰ ਗੁਲਾਮ ਬਣਾ ਕੇ ਬਗਦਾਦ ਭੇਜ ਦਿੱਤਾ। ਰਾਜੇ ਦਾਹਰ ਦੀਆਂ 2 ਪੁੱਤਰੀਆਂ ਦੇ ਨਾਲ ਹਜ਼ਾਰਾਂ ਇਸਤਰੀਆਂ ਵੀ ਬਗਦਾਦ ਦੇ ਖਲੀਫੇ ਨੂੰ ਤੋਹਫਾ ਭੇਜੀਆਂ। ਅਲਾਉਦੀਨ ਖਿਲਜੀ ਨੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਨੂੰ ਜ਼ਰੂਰੀ ਪਹਿਨਣ ਦੇ ਕੱਪੜਿਆਂ ਅਤੇ 6 ਮਹੀਨੇ ਦੀ ਲੋੜ ਤੋਂ ਵਧੇਕ ਖਾਣ ਪੀਣ ਦਾ ਸਮਾਨ ਰੱਖਣ ਦੀ ਆਗਿਆ ਨਹੀਂ। ਇਸ ਤੋਂ ਵੱਧ ਸਭ ਮੁਸਲਮਾਨਾਂ ਦੇ ਹਵਾਲੇ ਕਰ ਦਿੱਤਾ ਜਾਵੇ। ਹਿੰਦੂ ਕਾਫਰ ਹਨ, ਉਹਨਾਂ ਦੇ ਸਭ ਮਾਲ ਮਤਾ, ਖੂਬਸੂਰਤ ਲੜਕੀਆਂ ਜਾਂ ਇਸਤਰੀਆਂ ਉੱਤੇ ਮੁਸਲਮਾਨ ਦਾ ਹੱਕ ਹੈ। ਜੇ ਮੁਸਲਮਾਨ ਚਾਹੇ ਤਾਂ ਹਿੰਦੂ ਉਸ ਦੀ ਘੋੜੀ ਬਣ ਜਾਵੇ ਅਤੇ ਉਸ ਦੇ ਥੁੱਕਣ ਵਾਸਤੇ ਆਪਣਾ ਮੂੰਹ ਖੋਲ ਦੇਵੇ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਪੰਨਾ 145। ਰਾਜੇ ਪਾਪ ਕਮਾਮਦੇ, ਉਲਟੀ ਵਾੜ ਖੇਤ ਕੋ ਖਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਭਾਈ ਗੁਰਦਾਸ ਜੀ। ਦੌਲਤ ਰਾਏ ਜੀ ਨੇ ਅੱਡ-ਅੱਡ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਮੁਸਲਮਾਨਾਂ ਵੱਲੋਂ ਕੀਤੇ ਗਏ ਦਿਲ ਕੰਬਾਊ ਜ਼ੁਲਮਾਂ ਦੀ ਬੜੀ ਲੰਮੀ ਸਾਖੀ ਭਰੀ ਹੈ। ਅਜਿਹਾ ਦੁਖਦਾਈ ਜ਼ੁਲਮ ਅਤੇ ਹਿੰਦੂ ਧਰਮ ਨੂੰ ਮਿਟਾ ਦੇਣ ਵਾਸਤੇ ਯਤਨ ਸੈਂਕੜੇ ਸਾਲ ਹੁੰਦੇ ਰਹੇ, ਪਰ ਭਗਵਾਨ ਵਿਸ਼ਨੂੰ ਜੀ ਦੇ ਕੰਨ ਤੇ ਜੂੰ ਨਾ ਸਰਕੀ। ਧਰਮ ਦੀ ਰੱਖਿਆ ਕਰਨ ਵਾਸਤੇ ਆਉਣ ਵਾਲਾ ਆਪਣਾ ਬਚਨ ਸ਼ਾਇਦ ਉਹ ਭੁੱਲ ਹੀ ਗਏ ਸਨ। ਬ੍ਰਾਹਮਣ ਦੇ ਹੱਦੋਂ ਵੱਧ ਚਪਲਤਾ ਨੇ ਰੱਬ ਨੂੰ ਵੀ ਭੁੱਲਣ ਅਤੇ ਪੱਖਪਾਤੀ ਬਣਾ ਦਿੱਤਾ। ਪੁਸਤਕ ਦੇ 49 ਸਫ਼ੇ ਤੇ ਦੌਲਤ ਰਾਏ ਜੀ ਲਿਖਦੇ ਹਨ ਕਿ ਜਿਨ੍ਹਾਂ ਨੂੰ ਬੜੇ ਅਣਖੀ ਸੂਰਮੇ ਮੰਨਿਆ ਜਾਂਦਾ ਸੀ, ਉਹਨਾਂ ਰਾਜਪੂਤਾਂ ਵਿੱਚ ਅਜਿਹੀ ਗਿਰਾਵਟ ਆ ਗਈ ਸੀ ਕਿ ਆਪਣੀਆਂ ਧੀਆਂ ਦੇ ਡੋਲੇ ਮੁਸਲਮਾਨਾਂ ਨੂੰ ਦੇਣ ਵਿੱਚ ਫਖਰ ਸਮਝਦੇ ਸਨ। ਗੱਲ ਕੀ ਸੈਂਕੜੇ ਸਾਲਾਂ ਦੀ ਜ਼ੁਲਮਾਂ ਭਰੀ ਗੁਲਾਮੀ ਨੇ ਹਿੰਦ ਵਾਸੀਆਂ ਦੀ ਗੈਰਤ ਅਤੇ ਸਵੈਮਾਨ ਦਾ ਭੋਗ ਪਾ ਦਿੱਤਾ ਸੀ। ਪਰਜਾ ਦੀ ਜਾਨ ਮਾਲ ਅਤੇ ਸੱਭਿਅਤਾ ਦੀ ਰਾਖੀ ਕਰਨ ਵਾਲੀ ਹਕੂਮਤ ਅਜਿਹੇ ਤੰਗ ਦੇ ਲੋਕਾਂ ਦੇ ਹੱਥ ਵਿੱਚ ਆ ਚੁੱਕੀ ਸੀ ਜਿਹੜੇ ਹਿੰਦੂਆਂ ਨੂੰ ਕਾਫਰ ਸਮਝਦੇ ਸਨ ਅਤੇ ਉਹਨਾਂ ਨੂੰ ਲੁੱਟਣਾ ਮਾਰਨਾ ਇਸਲਾਮ ਦੀ ਸੇਵਾ ਸਮਝਦੇ ਸਨ। ਉਹਨਾਂ ਨਿਰਦਈ ਹਾਕਮਾਂ ਨੂੰ ਧਰਮ ਦੀ ਸਿੱਖਿਆ ਦੇਣ ਵਾਲੇ ਮੌਲਵੀ ਇਸਲਾਮੀ ਸ਼ਰਅ ਦੀ ਗਲਤ ਵਰਤੋਂ ਕਰਕੇ ਗਰੀਬਾਂ ਤੇ ਜ਼ੁਲਮ ਕਰਨ ਨੂੰ ਧਰਮ ਦੀ ਸੇਵਾ ਅਥਵਾ ਸਵਾਬ ਪੁੰਨ ਦਾ ਕੰਮ ਦੱਸ ਰਹੇ ਸਨ। ਮੁਸਲਮਾਨ ਪੀਰਾਂ ਫਕੀਰਾਂ ਦੀ ਪੂਰੀ ਚੜ੍ਹਤ ਸੀ। ਠੱਗ ਖਾਣ ਵਾਸਤੇ ਜਾਦੂ ਟੂਣੇ, ਧਾਗੇ ਤਵੀਤ, ਮਸਾਣ ਜਗਾਉਣੇ, ਜਿੰਨ ਭੂਤ ਚੰਬੇੜਨੇ ਅਤੇ ਫਿਰ ਕੱਢਣ ਵਾਲੇ ਸੌਰੀਏ ਪੀਰਾਂ ਫਕੀਰਾਂ ਦੀਆਂ ਅਖੌਤੀ ਕਰਾਮਾਤਾਂ ਦੀ ਸ਼ਕਤੀ ਦੇ ਪ੍ਰਚਾਰ ਨਾਲ ਕਬਰਾਂ, ਖਾਨਕਾਹਾਂ ਤੇ ਮੰਨਤਾਂ ਮੰਨਣ ਦੇ ਚੱਕਰਾਂ ਵਿੱਚ ਫਸਾ ਕੇ ਜਨਤਾ ਦੀ ਸਮੂਹਕ ਲੁੱਟ ਆਰੰਭੀ ਹੋਈ ਸੀ। ਦੂਜੇ ਪਾਸੇ ਬ੍ਰਾਹਮਣ ਨੇ ਜਦ ਵੇਖਿਆ ਕਿ ਜਿਨ੍ਹਾਂ ਖੱਤਰੀਆਂ ਅਥਵਾ ਰਾਜਪੂਤਾਂ ਨੇ ਬ੍ਰਾਹਮਣ ਅਥਵਾ ਹਿੰਦੂ ਧਰਮ ਦੀ ਰੱਖਿਆ ਕਰਨ ਦਾ ਕੰਮ ਸਾਂਭਿਆ ਹੋਇਆ ਸੀ, ਉਹ ਤਾਂ ਸਗੋਂ ਆਪਣੀਆਂ ਧੀਆਂ ਠਾਕਰਾਂ ਭਾਵ ਕ੍ਰਿਸ਼ਨ ਮੂਰਤੀਆਂ ਨਾਲ ਵਿਆਹੁਣ ਦੀ ਥਾਂ ਮੁਸਲਮਾਨ ਹਾਕਮਾਂ ਦੇ ਘਰੀਂ ਭੇਜਣੀਆਂ ਕਲਿਆਣਕਾਰੀ ਮੰਨ ਬੈਠੇ ਸਨ ਅਤੇ ਮੁਖਬਰੀਆਂ ਕਰਕੇ ਭਰਾਵਾਂ ਨੂੰ ਮਰਵਾਉਣ ਵਾਲੇ ਜੈ ਚੰਦ ਬਣ ਰਹੇ ਸਨ। ਤਾਂ ਉਸ ਬ੍ਰਾਹਮਣ ਨੇ ਵੀ ਕਲਾਬਾਜ਼ੀ ਖਾ ਕੇ ਰੰਗ ਵਟਾ ਲੈਣ ਵਾਲੇ ਬ੍ਰਹਮ ਅਸਤਰ ਦਾ ਪ੍ਰਯੋਗ ਕਰ ਲਿਆ। ਰਾਜਗੁਰੂ ਅਤੇ ਰਾਜ ਪ੍ਰੋਹਤ ਦੀ ਥਾਂ ਰਾਜ ਮਸਖਰਾ ਬੀਰਬਲ ਭੱਟ ਵੰਸ਼ ਦਾ ਬ੍ਰਾਹਮਣ ਰਾਜ ਗਵਈਆ ਤਾਨਸੇਨ, ਇਸ ਪ੍ਰੋਹਤ ਦਾ ਅਸਲ ਨਾਮ ਤਰਲੋਚਨ ਮਿਸ਼ਰ ਸੀ ਅਤੇ ਰਾਜ ਦਲਾਲ ਧਨਾੜ ਹਿੰਦੂਆਂ ਦੇ ਧਨ ਦੌਲਤ ਅਤੇ ਸੁੰਦਰ ਸੁਸ਼ੀਲ ਇਸਤਰੀਆਂ ਦੀ ਖਬਰ ਮੁਸਲਮਾਨ ਹਾਕਮਾਂ ਤੱਕ ਪਹੁੰਚਾਉਣੀ ਅਤੇ ਫਿਰ ਆਪ ਵਿਚੋਲਾ ਬਣ ਕੇ ਨਵੇਂ ਮਾਲਕਾਂ ਦੀਆਂ ਖੁਸ਼ੀਆਂ ਦਾ ਪਾਤਰ ਬਣ ਗਿਆ। ਜਿਸ ਹਾਕਮ ਨੂੰ ਮਲੇਸ਼ ਆਖਦੇ ਸੀ, ਉਸ ਜ਼ਾਲਮ ਨੂੰ ਸਗੋਂ ਅੰਨਦਾਤਾ ਆਖ ਕੇ ਉਸ ਨੂੰ ਆਪਣਾ ਮਾਲਕ ਥਾਪ ਲਿਆ। ਤੇ ਹੁਣ ਜਦ ਕੋਤਵਾਲ ਜੀ ਸਈਆਂ ਬਣ ਗਏ, ਫਿਰ ਡਰ ਕਿਸ ਦਾ ਸੀ। ਦੋਹੀਂ ਹੱਥੀਂ ਜਨਤਾ ਨੂੰ ਲੁੱਟਣਾ ਆਰੰਭ ਕਰ ਦਿੱਤਾ। ਧਾਰਮਿਕ ਆਗੂਆਂ ਦੀ ਵਿਖਾਵੇ ਦੀ ਜ਼ਿੰਦਗੀ ਅਸਲ ਨਾਲੋਂ ਵੱਖਰੀ ਸੀ।
ਉਸ ਸਮੇਂ ਦੇ ਮੁੱਲਾਂ, ਬ੍ਰਾਹਮਣ ਅਤੇ ਖੱਤਰੀਆਂ ਦੇ ਆਚਰਣ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਕੀਤਾ ਹੈ। ਮਾਨਸ ਖਾਣੇ ਕਰੇ ਨਵਾਜ਼, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਵੀ ਆਵੇਂ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਬਸਤਰ ਪੈਰ ਹੋਵੇਂ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੈ ਨਾ ਜਾਣਾ, ਦੇ ਕੈ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿਟੈ ਵੇ ਮਤ ਪਿਟੈ, ਇਹ ਅੰਨ ਅਸਾਡਾ ਫਿਟੈ, ਤਨ ਫਿਟੈ ਫੇੜ ਕਰੇਨ, ਮਨ ਜੂਠੇ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੋਚ ਹੋਵੇ ਤਾਂ ਸੱਚ ਪਾਈਐ। ਪੰਨਾ 471। ਅਰਥ, ਕਾਜ਼ੀ ਤੇ ਮੁਸਲਮਾਨ ਹਾਕਮ ਹਨ ਤਾਂ ਮਾਨਸ ਖਾਣੇ ਵੱਡੀ ਖੋਰ, ਪਰ ਪੜ੍ਹਦੇ ਹਨ ਨਮਾਜ਼ਾਂ। ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤਰੀ ਹਨ ਜੋ ਛੁਰੀ ਚਲਾਉਂਦੇ ਹਨ, ਭਾਵ ਗਰੀਬਾਂ ਦਾ ਲਹੂ ਨਿਚੋੜਦੇ ਹਨ, ਪਰ ਗਲ ਵਿੱਚ ਜਨੇਊ ਹੈ। ਇਹਨਾਂ ਜ਼ਾਲਮ ਖੱਤਰੀਆਂ ਦੇ ਘਰ ਬ੍ਰਾਹਮਣ ਜਾ ਕੇ ਸ਼ੰਖ ਵਜਾਉਂਦੇ ਹਨ ਤੇ ਜ਼ੁਲਮ ਨਾਲ ਕਮਾਇਆ ਹੋਇਆ ਪਦਾਰਥ ਸਵਾਦ ਲਾ ਲਾ ਕੇ ਖਾਂਦੇ ਹਨ। ਸਭ ਝੂਠ ਬੋਲ ਬੋਲ ਕੇ ਰੋਜ਼ੀ ਕਮਾਉਂਦੇ ਹਨ, ਬਸ ਝੂਠ ਦੇ ਹੀ ਵਪਾਰੀ ਹਨ। ਇਹ ਲੋਕ ਨਾ ਆਪਣੀ ਸ਼ਰਮ ਹਿਆ ਦਾ ਖਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਸਭ ਥਾਈਂ ਝੂਠ ਹੀ ਪ੍ਰਧਾਨ ਹੋ ਰਿਹਾ ਹੈ। ਇਹ ਲੋਕ ਮੱਥੇ ਉੱਤੇ ਟਿੱਕਾ ਲਾ ਕੇ ਗੇਰੂਏ ਰੰਗ ਦੀ ਕਖਾਈ, ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਹਨ, ਪਰ ਹੱਥ ਵਿੱਚ ਮਾਨੋ ਛੁਰੀ ਫੜੀ ਹੋਈ ਹੈ ਤੇ ਵਸ ਲੱਗਦਿਆਂ ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਤੁਰਕ ਹਾਕਮਾਂ ਦੀ ਕਚਹਿਰੀ ਵਿੱਚ ਦਾਖਲੇ ਦੀ ਪ੍ਰਵਾਨਗੀ ਵਾਸਤੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਹਨ, ਜਿਨ੍ਹਾਂ ਨੂੰ ਮਲੇਸ਼ ਆਖਦੇ ਹਨ। ਉਹਨਾਂ ਪਾਸੋਂ ਰੋਜ਼ੀ ਲੈਂਦੇ ਹਨ, ਪਰ ਫਿਰ ਪੁਰਾਣ ਪੂਜਦੇ ਹੋਏ ਇਹੋ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਹੀ ਚੱਲ ਰਹੇ ਹਾਂ। ਇੱਥੇ ਹੀ ਬਸ ਨਹੀਂ, ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਅਭਾਖਿਆ ਕਾ ਕੁੱਠਾ ਬੱਕਰਾ ਲੈ ਕੇ ਖਾਂਦੇ ਹਨ। ਪਰ ਦਿਖਾਵੇ ਦਾ ਪਖੰਡ ਇਹ ਹੈ ਕਿ ਕਿਸੇ ਹੋਰ ਨੂੰ ਆਪਣੇ ਚੌਂਕੇ ਉੱਤੇ ਨਹੀਂ ਚੜ੍ਹਨ ਦਿੰਦੇ। ਚੌਂਕਾ ਬਣਾ ਕੇ ਦੁਆਲੇ ਲਕੀਰਾਂ ਕੱਢਦੇ ਹਨ, ਪਰ ਇਸ ਚੌਂਕੇ ਵਿੱਚ ਬੈਠਣ ਵਾਲੇ ਆਪ ਝੂਠੇ ਹਨ। ਹੋਰਨਾਂ ਨੂੰ ਆਖਦੇ ਹਨ, ਨੇੜੇ ਆ ਕੇ ਸਾਡਾ ਚੌਂਕਾ ਪਿੱਟ ਕੇ ਸਾਰਾ ਅੰਨ ਹੀ ਖਰਾਬ ਨਾ ਕਰ ਦਿਓ, ਪਰ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕਰਮ ਕਰਦੇ ਹਨ ਅਤੇ ਪਾਪਾਂ ਕਾਰਨ ਮਲੀਨ ਹੋਏ ਮਨ ਵਾਲੇ ਇਹ ਲੋਕ ਹੋਰਨਾਂ ਨੂੰ ਦੱਸਣ ਲਈ ਕਿ ਅਸੀਂ ਬੜੀ ਸੋਚ ਰੱਖਣ ਵਾਲੇ ਹਾਂ, ਚੁਗਲੀਆਂ ਕਰਦੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ, ਸਦਾ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਪਵਿੱਤਰਤਾ ਹੋਈ ਤਦ ਹੀ ਸਮਝੀ ਜਾ ਸਕਦੀ ਹੈ ਜੇ ਪਰਮਾਤਮਾ ਹਿਰਦੇ ਵਿੱਚ ਆ ਵਸਿਆ ਹੋਵੇ, ਅਥਵਾ ਸੱਚੀ ਪਵਿੱਤਰਤਾ ਪ੍ਰਭੂ ਮਿਲਾਪ ਵਿੱਚ ਹੀ ਹੈ। ਅੰਦਰੋਂ ਅਤੇ ਬਾਹਰੋਂ ਉਹੀ ਮਨੁੱਖ ਪਵਿੱਤਰ ਹੈ ਜਿਹੜਾ ਪ੍ਰਭੂ ਨਾਲ ਜੁੜਿਆ ਹੋਇਆ ਹੈ। ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਨਾ ਹੋਣ ਦਾ ਅਰਥ ਹੈ ਕਿ ਹਿਰਦਾ ਅਪਵਿੱਤਰ ਹੈ। ਧਰਮ ਦੀ ਰੂਪ ਰੇਖਾ ਵਿਗੜਦੀ ਵਿਗੜਦੀ ਵਿਗੜ ਚੁੱਕੀ ਸੀ। ਹਰ ਪਾਸੇ ਅਧਰਮ ਹੀ ਅਧਰਮ ਪਸਰਿਆ ਹੋਇਆ ਸੀ। ਸੱਚ ਆਚਾਰ ਨੂੰ ਸਮਝਣ ਦੀ ਤਾਂ ਭਾਵਨਾ ਹੀ ਅਲੋਪ ਹੋ ਚੁੱਕੀ ਸੀ। ਆਚਰਣ ਵਿੱਚ ਆਈ ਗਿਰਾਵਟ ਦਾ ਜ਼ਿਕਰ ਸਤਿਗੁਰਾਂ ਨੇ ਇਸ ਤਰ੍ਹਾਂ ਫਰਮਾਨ ਕੀਤਾ ਹੈ, ਕਲ ਹੋਈ ਕੁੱਤੇ ਮੁਹੀ, ਖਾਜ ਹੁਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ, ਜਿਨ ਜੀਵੰਦਿਆਂ ਪਤ ਨਹੀਂ, ਮੋਇਆਂ ਮੰਦੀ ਸੋਏ, ਲਿਖਿਆ ਹੋਵੇ ਨਾਨਕਾ, ਕਰਤਾ ਕਰੇ ਸੋ ਹੋਏ। ਪੰਨਾ 1242। ਭਾਵ ਕੇ ਲੋਕ ਕੁੱਤੇ ਮੂੰਹ ਹੋ ਕੇ ਪਰਾਇਆ ਹੱਕ ਖਾਣ ਲੱਗ ਪਏ ਸਨ। ਝੂਠ, ਬੇਈਮਾਨੀ ਤੇ ਅਧਰਮ ਲੋਕਾਂ ਦੇ ਆਚਰਣ ਦਾ ਹਿੱਸਾ ਬਣ ਚੁੱਕੇ ਸਨ। ਆਪਣਾ ਲੋਕ ਅਤੇ ਪਰਲੋਕ ਗੁਆ ਬੈਠੇ ਹੋਏ ਸਨ। ਬੜੇ ਯੋਜਨਾਬੱਧ ਢੰਗ ਨਾਲ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਖੂਹ ਵਿੱਚ ਧੱਕਾ ਦੇ ਦਿੱਤਾ ਹੋਇਆ ਸੀ। ਧਰਮ ਦਾ ਰਾਖਾ ਬ੍ਰਾਹਮਣ ਅਤੇ ਮੌਲਾਣਾ ਆਪ ਹੀ ਨਿਰਦਈ ਲੁਟੇਰਾ ਅਤੇ ਠੱਗ ਬਣੀ ਬੈਠਾ ਗਰੀਬ ਜਨਤਾ ਦਾ ਖੂਨ ਨਿਚੋੜੀ ਜਾ ਰਿਹਾ ਸੀ। ਲੁੱਟਣਹਾਰੇ ਦੇ ਕਸਬ ਦਾ ਕਮਾਲ ਇਹ ਸੀ ਕਿ ਲੋਕ ਉਸ ਦੇ ਕਰਵਟ ਹੇਠ ਬੈਠ ਕੇ ਦੋ ਫਾੜ ਹੋ ਜਾਣ ਨੂੰ
ਆਪਣੀ ਮੁਕਤੀ ਦਾ ਸਾਧਨ ਮੰਨ ਚੁੱਕੇ ਸਨ। ਅਜਿਹੀ ਗਿਰਾਵਟ ਆ ਗਈ ਕਿ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਤੋਂ ਵੀ ਹੇਠਾਂ ਪਸ਼ੂਆਂ, ਪੰਖੀਆਂ, ਜ਼ਹਿਰੀਲੇ ਸੱਪਾਂ, ਦਰਖਤਾਂ, ਮੜੀਆਂ, ਮਸਾਣਾਂ, ਮਕਬਰਿਆਂ, ਭੂਤਾਂ, ਪ੍ਰੇਤਾਂ ਆਦਿ ਦੀ ਪੂਜਾ ਕੀਤੀ ਅਤੇ ਕਰਵਾਈ ਜਾ ਰਹੀ ਸੀ। ਕਈ ਪ੍ਰਕਾਰ ਦੇ ਭੇਖ ਬਣਾਈ ਬੈਠੇ ਸਾਧ ਸੰਤ, ਜੋਗੀ, ਜੰਗਮ ਆਦਿ ਨੇ ਰਿੱਧੀਆਂ ਸਿੱਧੀਆਂ ਦੇ ਚਮਤਕਾਰੀ ਛਲਾਵਿਆਂ ਅਤੇ ਵਰਾਂ ਸਰਾਪਾਂ ਦੇ ਫੋਕੇ ਭਰਮਾਂ ਵਿੱਚ ਜਨਤਾ ਨੂੰ ਫਸਾ ਕੇ ਮਨ ਆਈ ਲੁੱਟ ਮਚਾਈ ਹੋਈ ਸੀ। ਪੂਜਾ ਅਥਵਾ ਦਾਨ ਦੇ ਵੱਟੇ ਪ੍ਰਭੂ ਮਿਲਾਪ ਦੇ ਮਨ ਘੜਤ ਲਾਰਿਆਂ ਨਾਲ ਮਚਾਈ ਲੁੱਟ ਗਰੀਬਾਂ ਦਾ ਲਹੂ ਨਿਚੋੜ ਕੇ ਅਸ਼ੋਪਲੇ ਹੀ ਉਹਨਾਂ ਨੂੰ ਪੀਲੇ ਭੂਕ ਕਰੀ ਜਾ ਰਹੀ ਸੀ। ਧਰਮ ਦੇ ਨਾਮ ਹੇਠ ਰਚਾਏ ਇਸ ਚੱਕਰਵਿਊਹ ਵਿੱਚ ਫਸੀ ਹੋਈ ਲੁਕਾਈ ਆਪਣੇ ਲਹੂ ਪਸੀਨੇ ਦੀ ਕਮਾਈ ਲੁਟਾਈ ਜਾ ਰਹੀ ਸੀ। ਸੁਖਣਾ ਦੇ ਸਹਾਰੇ ਹੁੰਦੇ ਕਾਰਜਾਂ ਦੇ ਫੋਕੇ ਭਰਮਾਂ ਵਿੱਚ ਲੋਕ ਅਜਿਹੇ ਫਸੇ ਹੋਏ ਸਨ ਕਿ ਆਪਣਾ ਮਨੋਬਲ ਅਤੇ ਸਵੈ ਭਰੋਸਾ ਗਵਾ ਚੁੱਕੇ ਸਨ। ਛੂਤ ਛਾਤ ਦਾ ਭੂਤ ਪਰਸਪਰ ਹਮਦਰਦੀ ਅਤੇ ਸਨੇਹ ਦੀ ਭਾਵਨਾ ਨੂੰ ਨਿਗਲ ਚੁੱਕਾ ਸੀ। ਸੈਂਕੜੇ ਸਾਲਾਂ ਤੋਂ ਅਜਿਹੇ ਨਿਰਦਈ ਜਰਵਾਣਿਆਂ ਦੀ ਗੁਲਾਮੀ, ਜਿਨ੍ਹਾਂ ਕੋਲੋਂ ਜਾਨ, ਮਾਲ ਅਤੇ ਇੱਜ਼ਤ ਨੂੰ ਹਰ ਸਮੇਂ ਗੰਭੀਰ ਖਤਰਾ ਬਣਿਆ ਰਹਿੰਦਾ ਸੀ, ਜਿਹੜੇ ਨਿਤ ਨਵੇਂ ਢੰਗ ਨਾਲ ਲੋਕਾਂ ਦੇ ਸਵੈਮਾਨ ਅਤੇ ਅਣਖ ਦਾ ਭੋਗ ਪਾਉਂਦੇ ਆ ਰਹੇ ਸਨ। ਬ੍ਰਾਹਮਣ ਦੀ ਕੁਟਲ ਨੀਤੀ ਕਾਰਨ ਹਜ਼ਾਰਾਂ ਸਾਲਾਂ ਤੋਂ ਲਗਾਤਾਰ ਪਸਰਦੀ ਆ ਰਹੀ ਅਨਪੜ੍ਹਤਾ ਅਤੇ ਧਰਮ ਦੇ ਨਾਂ ਤੇ ਖਿਲਾਰੇ ਭਰਮ ਜਾਲਾਂ ਨੇ ਮਨੁੱਖ ਦੀ ਸ਼ਕਲ ਅੰਦਰੋਂ ਅਤੇ ਬਾਹਰੋਂ ਅਜਿਹੀ ਤਰਸਯੋਗ ਬਣਾ ਦਿੱਤੀ ਸੀ ਕਿ ਜਿਸ ਨੂੰ ਦੇਖ ਕੇ ਕਵੀ ਹਿਰਦਾ ਹੌਕਾ ਭਰਨੋਂ ਨਾ ਰਹਿ ਸਕਿਆ। ਨਜ਼ਰ ਆਤੀ ਹੈ ਤਸਵੀਰ, ਲੇਕਿਨ ਜੇ ਹੈ ਇਨਸਾਨ ਕੀ ਜਾਂ ਜਾਨਵਰ ਕੀ। ਅਗਿਆਨਤਾ ਅਤੇ ਬਹੁ ਭੁੱਖੀ ਜ਼ੁਲਮ ਦੀ ਮਾਰੂ ਕਾਂਗ ਵਿੱਚ ਰੋੜੇ ਪਈ ਪ੍ਰਜਾ ਆਪਣਾ ਸਾਹ ਸੱਤ ਉੱਕਾ ਹੀ ਗੁਆ ਬੈਠੀ ਸੀ। ਸਾਰੇ ਦਾ ਸਾਰਾ ਭਾਰਤ ਜ਼ੁਲਮ ਦੇ ਕੋਲੂ ਵਿੱਚ ਪਿਆ ਹੋਇਆ ਪੀੜਿਆ ਜਾ ਰਿਹਾ ਸੀ। ਕੋਈ ਵੀ ਦੇਵੀ ਦੇਵਤਾ ਬੌੜੀ ਨਹੀਂ ਸੀ ਕਰ ਰਿਹਾ। ਇਸੇ ਭਾਰਤ ਦੀ ਇੱਕ ਬੱਚੀ ਸੀਤਾ ਦੇ ਉਧਾਲੇ ਜਾਣ ਤੇ ਲੱਖਾਂ ਬੇਗੁਨਾਹਾਂ ਨੂੰ ਮੌਤ ਦੇ ਮੂੰਹ ਵਿੱਚ ਵਗਾ ਮਾਰਨ ਵਾਲਾ ਰਾਮ ਰੂਪ ਵਿਸ਼ਨੂੰ ਅੱਜ ਲੱਖਾਂ ਬੇਗੁਨਾਹ ਬੱਚੀਆਂ ਦੇ ਕਤਲ, ਬਲਾਤਕਾਰ ਅਤੇ ਉਧਾਲੇ ਜਾਣ ਨੂੰ ਸ਼ਾਇਦ ਪਾਪ ਜਾਂ ਧੱਕਾ ਮੰਨਦਾ ਹੀ ਨਹੀਂ ਸੀ। ਸ਼ਾਇਦ ਉਸ ਭਗਵਾਨ ਦੇ ਦਰਬਾਰ ਵਿੱਚ ਸਿਰਫ ਭਗਵਾਨ ਦੀ ਆਪਣੀ ਪਤਨੀ ਨੂੰ ਚੁੱਕ ਖੜਨਾ ਹੀ ਅਪਰਾਧ ਮੰਨਿਆ ਜਾਂਦਾ ਹੋਵੇ। ਗੀਤਾ ਵਿੱਚ ਲਿਖੇ ਇਕਰਾਰ ਵਾਲਾ ਕ੍ਰਿਸ਼ਨ ਰੂਪ ਵਿਸ਼ਨੂੰ ਸ਼ਾਇਦ ਇਸ ਪਸਰ ਰਹੇ ਅਧਰਮ ਨੂੰ ਅਧਰਮ ਸਮਝਦਾ ਹੀ ਨਾ ਹੋਵੇ। ਹੋਰ ਸਭ ਕੁਝ ਇੱਕ ਪਾਸੇ ਰਿਹਾ। ਕ੍ਰਿਸ਼ਨ ਜੀ ਦੇ ਜਨਮ ਅਸਥਾਨ ਤੇ ਬਣੇ ਕੇਸ਼ਵ ਦੇ ਮੰਦਰ ਨੂੰ ਢਾਹ ਕੇ ਮਸੀਤ ਬਣਾ ਦਿੱਤੀ ਅਤੇ ਮਥੁਰਾ ਸ਼ਹਿਰ ਦਾ ਨਾਮ ਬਦਲ ਕੇ ਔਰੰਗਾਬਾਦ ਰੱਖ ਦਿੱਤਾ ਅਤੇ ਅਯੁੱਧਿਆ ਵਿਚਲੇ ਰਾਮਚੰਦਰ ਜੀ ਦੇ ਕਥਿਤ ਜਨਮ ਅਸਥਾਨ ਵਾਲੇ ਮੰਦਰ ਦੀ ਮਸੀਤ ਬਣਾ ਦਿੱਤੀ ਸੀ। ਭਗਵਾਨ ਦੇ ਆਪਣੇ ਘਰਾਂ ਦੀ ਏਡੀ ਦੁਰਦਸ਼ਾ ਹੋਣ ਤੇ ਵੀ ਉਸਨੇ ਧਰਤੀ ਤੇ ਆਉਣ ਦੀ ਕੋਈ ਲੋੜ ਨਾ ਸਮਝੀ। ਕਿ ਇੰਨੀ ਮਾਰ ਪੈਣ ਤੇ ਵੀ ਭਗਵਾਨ ਦੜ ਵੱਟੀ ਸ਼ੇਸ਼ਨਾਗ ਦੀ ਸੇਜ ਤੇ ਹੀ ਪਿਆ ਰਿਹਾ। ਭਾਰਤ ਦੀ ਇੱਕ ਬੱਚੀ ਸੀਤਾ ਜੀ ਦੀ ਪੱਤ ਰੱਖਣ ਖਾਤਰ ਆਪਣਾ ਕਲੇਜਾ ਪਾੜ ਖਲੋਣ ਵਾਲੀ ਇਹ ਧਰਤੀ ਮਾਤਾ ਉਸੇ ਭਾਰਤ ਦੀਆਂ ਅਣਗਿਣਤ ਬੱਚੀਆਂ ਦੀ ਦੁੱਖਦਾਈ ਕੁਰਲਾਟ ਨਹੀਂ ਸੀ ਸੁਣ ਰਹੀ। ਸੈਂਕੜੇ ਸਾਲਾਂ ਤੋਂ ਹੋ ਰਿਹਾ ਇਹ ਜ਼ੁਲਮੀ ਨਾਚ ਚੁੱਪਚਾਪ ਵੇਖਿਆ ਜਾ ਰਿਹਾ ਸੀ। ਗੀਤਾ ਦੇ ਉਚਾਰਨ ਹਾਰੇ ਭਗਵਾਨ ਵਿਸ਼ਨੂੰ, ਸ੍ਰੀ ਕ੍ਰਿਸ਼ਨ, ਬ੍ਰਹਮਾ, ਸ਼ਿਵ, ਦੁਰਗਾ ਮਾਇਆ, ਲਾਟਾਂ ਵਾਲੀ ਜਵਾਲਾ ਜੀ, ਸ਼ੇਰਾਂ ਵਾਲੀ ਵੈਸ਼ਨੋ ਦੇਵੀ ਅਥਵਾ ਹੋਰ ਕਰੋੜਾਂ ਦੇਵੀ ਦੇਵਤਿਆਂ ਸਭ ਨੇ ਜਨਤਾ ਦਾ ਇਹ ਨਾਸੂਰ ਨਿਰਸੰਦੇਹ ਅਸਾਧ ਮੰਨ ਕੇ ਕੰਨਾਂ ਘੇਸਲ ਮਾਰ ਲਈ ਹੋਈ ਸੀ। ਜਨਤਾ ਸਭ ਥਾਈਂ ਜੋਦੜੀਆਂ ਬੇਨਤੀਆਂ ਕਰਕੇ ਹਾਰ ਹੁੱਟ ਗਈ। ਲਾਵਾਰਸ ਬਣੇ ਹੋਏ ਲੋਕਾਂ ਦੇ ਮਨਾਂ ਵਿੱਚ ਕਿਸੇ ਭਗਵਾਨ ਜਾਂ ਦੇਵੀ ਦੇਵਤੇ ਦੀ ਕਥਿਤ ਹੋਂਦ ਬਾਰੇ ਸ਼ੰਕੇ ਪੈਦਾ ਹੋ ਰਹੇ ਸਨ। ਕਿਤੇ ਇਹ ਪੁਰਾਤਨ ਕਹਾਣੀਆਂ ਮਨ ਘੜਤ ਹੀ ਤਾਂ ਨਹੀਂ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।